ਨਿਊਜ਼ ਫੈਕਟਰ ਦੇ ਵਿੱਚ ਸਵਾਗਤ ਹੈ। ਮੈਂ ਹਾਂ ਰਿਤੇਸ਼ ਲੱਖੀ ਤੇ ਇਸ ਨਿਊਜ਼ ਫੈਕਟਰ ਦੀ ਖਾਸ ਲੜੀ ਦੇ ਵਿੱਚ ਸਾਡੀ ਗੱਲਬਾਤ ਹੋਣ ਜਾ ਰਹੀ ਹੈ ਸਿੱਖ ਗੁਰਦੁਆਰਾ ਸੁਧਾਰ ਲਹਿਰ ਬਾਰੇ। ਗੁਰਦੁਆਰਾ ਰਿਫਾਰਮਸ ਮੂਵਮੈਂਟ 1920 ਤੋਂ 1925 ਤੱਕ ਚੱਲੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੀ ਸਥਾਪਨਾ ਅੱਜ ਤੋਂ ਠੀਕ 100 ਸਾਲ ਪਹਿਲਾਂ ਹੋ ਗਈ ਸੀ। 1920 ਦੇ ਵਿੱਚ SGPC ਹੋਂਦ ਵਿੱਚ ਆਂਦੀ ਹੈ, ਲੇਕਿਨ SGPC ਦੇ ਹੋਂਦ ਵਿੱਚ ਆਉਣ ਤੋਂ ਬਾਅਦ ਦੇ 5 ਸਾਲ ਇੱਕ ਬਹੁਤ ਹੀ ਲੰਬੇ ਚੌੜੇ ਪੰਥਕ ਸਿੱਖ ਸੰਘਰਸ਼ ਦੇ ਸਾਲ ਸਨ। ਇਹਨਾਂ 5 ਸਾਲਾਂ 'ਚ ਪੂਰਾ ਜ਼ੋਰ ਲਗਾਉਣਾ ਪਿਆ ਸਿੱਖ ਕੌਮ ਨੂੰ, ਸਿੱਖ ਸਮਾਜ ਨੂੰ, ਉਹਨਾਂ ਵੋਲੰਟੀਅਰਸ ਨੂੰ, ਉਹਨਾਂ ਮਰਜੀਵੜਿਆਂ ਨੂੰ ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਮਹੰਤਾਂ, ਮਸੰਦਾਂ ਅਤੇ ਸਰਬਰਾਹਾਂ ਦੇ ਕਬਜ਼ੇ 'ਚੋਂ ਵਾਪਸ ਪੰਥ ਦੇ ਹੱਥ 'ਚ ਪਹੁੰਚਾਇਆ। ਇੱਕ ਲੰਬੀ ਚੌੜੀ ਲੜਾਈ ਸੀ ਜਿਸ ਵਿੱਚ ਕਿ ਅੰਗਰੇਜ਼ ਸਰਕਾਰ, ਬ੍ਰਿਟਿਸ਼ ਗਵਰਨਮੈਂਟ ਮਹੰਤਾਂ, ਮਸੰਦਾਂ ਦੇ ਨਾਲ ਖੜੀ ਸੀ। ਉਹਨਾਂ ਨੂੰ ਬਹੁਤ ਲੰਮੇ ਪੱਧਰ ਤੱਕ, ਲੰਮੇ ਸਮੇਂ ਤੱਕ ਸੰਰक्षण ਦਿੱਤਾ ਗਿਆ, ਉਹਨਾਂ ਦੀ ਸਪੋਰਟ ਕੀਤੀ ਗਈ। ਲੇਕਿਨ ਆਖਰਕਾਰ 1925 ਤੱਕ ਪਹੁੰਚਦਿਆਂ ਨਾ ਸਿਰਫ ਇਹ ਗੁਰਦੁਆਰਾ ਸੁਧਾਰ ਲਹਿਰ ਇੱਕ ਸਿੱਟੇ ਤੇ ਪੁੱਜੀ, ਬਲਕਿ SGPC ਦੀ ਸਥਾਪਨਾ ਨੂੰ ਵੀ ਇੱਕ ਕਾਨੂੰਨੀ ਜਾਮਾ ਪਹਿਨਾਇਆ ਗਿਆ ਅਤੇ ਸਿੱਖ ਗੁਰਦੁਆਰਾ ਐਕਟ 1925 ਹੋਂਦ ਵਿੱਚ ਆਇਆ। ਇਹੀ ਉਹ ਕਲਾਈਮੈਕਸ ਸੀ, ਇਹੀ ਉਹ ਸਫਲਤਾ ਸੀ ਜਿਸ ਲਈ 1920 ਤੋਂ ਲੈ ਕੇ 1925 ਤੱਕ ਦਾ ਉਹ ਸੰਘਰਸ਼ ਵਿੱਢਿਆ ਗਿਆ ਜਿਸ ਨੂੰ ਕੋਈ ਛੋਟਾ-ਮੋਟਾ ਸੰਘਰਸ਼ ਕਦੇ ਵੀ ਨਹੀਂ ਸਮਝਿਆ ਜਾ ਸਕਦਾ। ਸੋ ਅੱਜ ਦੀ ਇਸ ਖਾਸ ਸੀਰੀਜ਼ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ तमाम ਮੋਰਚਿਆਂ ਦੀ ਜੋ 1920 ਤੋਂ ਸ਼ੁਰੂ ਹੁੰਦੇ ਨੇ ਤੇ 1925 ਤੱਕ ਲਗਾਏ ਜਾਂਦੇ ਨੇ। ਬਹੁਤ ਹੀ ਕੁਰਬਾਨੀਆਂ, ਬਹੁਤ ਹੀ ਤਸੀਹੇ ਉਹਨਾਂ ਮਰਜੀਵੜਿਆਂ ਨੂੰ, ਉਹਨਾਂ ਅਕਾਲੀਆਂ ਨੂੰ, ਉਹਨਾਂ ਸਿੱਖਾਂ ਨੂੰ ਦਿੱਤੇ ਗਏ ਜੋ ਕਿ ਆਪਣੇ ਹੀ ਗੁਰਦੁਆਰਿਆਂ ਨੂੰ ਮਹੰਤਾਂ, ਮਸੰਦਾਂ ਤੇ ਸਰਬਰਾਹਾਂ ਤੋਂ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਇਹਨਾਂ ਕੋਸ਼ਿਸ਼ਾਂ ਦੌਰਾਨ ਕੁਝ ਅਜਿਹੀਆਂ ਕੁਰਬਾਨੀਆਂ ਵੀ ਹੋਈਆਂ ਜੋ ਕਿ ਅੱਜ ਤੱਕ ਲਾਮਿਸਾਲ ਨੇ। ਸਿਲਸਿਲੇਵਾਰ ਢੰਗ ਨਾਲ ਵੱਖ-ਵੱਖ ਮੋਰਚਿਆਂ ਦੀ ਗੱਲ ਕਰਾਂਗੇ। ਅਸੀਂ ਗੱਲ ਕਰਾਂਗੇ ਹਰਮੰਦਰ ਸਾਹਿਬ ਦੇ ਮੋਰਚੇ ਦੀ, ਅਸੀਂ ਗੱਲ ਕਰਾਂਗੇ ਸਿਆਲਕੋਟ ਦੇ ਮੋਰਚੇ ਦੀ, ਨਨਕਾਣਾ ਸਾਹਿਬ ਦਾ ਉਹ ਸਾਕਾ ਜਿਸ ਵਿੱਚ ਕਿ ਸੈਂਕੜਾ ਸਿੱਖ ਜ਼ਿੰਦਾ ਜਲਾਤੇ ਗਏ ਸਨ। ਗੱਲਬਾਤ ਹੋਏਗੀ ਗੁਰੂ ਕੇ ਬਾਗ ਮੋਰਚੇ ਦੀ ਤੇ ਉਹਨਾਂ तमाम ਸੰਘਰਸ਼ਾਂ ਦੀ ਜੋ ਕਿ ਇਹਨਾਂ 5 ਸਾਲਾਂ ਦੇ ਵਕਫੇ ਵਿੱਚ ਹੋਏ, ਕੀਤੇ ਗਏ। ਉਹਨਾਂ ਲੜਾਈਆਂ ਦੀ ਜੋ ਕਿ ਨੰਗੇ ਪਿੰਡੇ ਸਿੱਖ ਮਰਜੀਵੜਿਆਂ, ਅਕਾਲੀਆਂ ਨੇ ਅੰਗਰੇਜ਼ਾਂ ਦੀਆਂ ਲਾਠੀਆਂ ਦੇ ਸਾਹਮਣੇ, ਗੋਲੀਆਂ ਦੇ ਸਾਹਮਣੇ, ਮਹੰਦਾਂ ਦੇ ਪਠਾਨ ਬਦਮਾਸ਼ਾਂ ਦੇ ਸਾਹਮਣੇ ਲੜੀਆਂ। ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿ ਗੁਰਦੁਆਰਾ ਸੁਧਾਰ ਲਹਿਰ ਕਦੋਂ ਤੋਂ ਕਦੋਂ ਤੱਕ ਰਹੀ, ਕਿਉਂਕਿ ਕੁਝ ਬੁੱਧੀਜੀਵੀ ਮੰਨਦੇ ਨੇ ਵੀ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ 1919 ਵਿੱਚ ਜਲਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਹੋ ਜਾਂਦੀ ਹੈ। ਸਿੱਖ ਰਾਜ, ਖਾਲਸਾ ਰਾਜ ਦੇ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਅੰਗਰੇਜ਼ਾਂ ਦੇ ਰਾਜ ਦੇ ਦੌਰਾਨ ਗੁਰਦੁਆਰਿਆਂ ਦੇ ਵਿੱਚ ਬਹੁਤ ਹੀ ਬੇਨਿਯਮੀਆਂ, ਬਹੁਤ ਹੀ ਐਸੀਆਂ ਘਟਨਾਵਾਂ ਹੋ ਰਹੀਆਂ ਸਨ ਜਿਨ੍ਹਾਂ ਤੋਂ ਕਈ ਸਾਲਾਂ ਤੋਂ ਨਹੀਂ ਬਲਕਿ ਕਈ ਦਹਾਕਿਆਂ ਤੋਂ ਸਿੱਖ ਪੰਥ ਪਰੇਸ਼ਾਨ ਹੋ ਚੁੱਕਾ ਸੀ। ਉਹ ਸਮਾਂ ਆ ਚੁੱਕਾ ਸੀ, ਉਹ ਕਲਾਈਮੈਕਸ ਆਉਣ ਵਾਲਾ ਸੀ ਜਦੋਂ ਕਿ ਉਹਨਾਂ ਲੜਾਈਆਂ ਨੂੰ ਇੱਕ ਸਿੱਟੇ ਤੇ ਪਹੁੰਚਾਉਣਾ ਜ਼ਰੂਰੀ ਸੀ। ਸੋ ਵਿੱਢੀਆਂ ਗਈਆਂ ਇਹ ਮੁਹਿੰਮਾਂ, ਉਹ ਮੋਰਚੇ ਜੋ ਕਿ ਅੱਜ ਦੇ ਮੋਰਚਿਆਂ ਵਾਂਗ ਬਿਨਾਂ ਕੁਝ ਹਾਸਲ ਕੀਤੇ ਨਹੀਂ ਉਠਾਤੇ ਗਏ, ਸਰਕਾਰਾਂ ਦੇ ਦਖਲ ਜਾਂ ਸਰਕਾਰਾਂ ਦੇ ਪ੍ਰਲੋਭਨਾਂ ਤੋਂ ਬਾਅਦ ਨਹੀਂ ਚੁੱਕਤੇ ਗਏ। ਉਹ ਮੋਰਚੇ ਜਿਨ੍ਹਾਂ ਵਿੱਚ ਕਿ ਨਾ ਸਿਰਫ ਕੁਰਬਾਨੀਆਂ ਹੋਈਆਂ ਬਲਕਿ ਬਹੁਤ ਹੀ ਪੁਖਤਾ ਕਾਮਯਾਬੀਆਂ ਵੀ ਹਾਸਲ ਹੋਈਆਂ। ਗੁਰਦੁਆਰਾ ਰਿਫਾਰਮ ਮੂਵਮੈਂਟ SGPC ਦੇ 100 ਸਾਲ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਅਮਰੀਕਾ ਤੋਂ ਇੱਕ ਵਾਰ ਫੇਰ ਉੱਗੇ ਸਿੱਖ ਬੁੱਧੀਜੀਵੀ ਤੇ ਸਿੱਖ ਇਤਿਹਾਸ ਦੇ ਜਾਣਕਾਰ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਜੁੜ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਲਾਂਬਾ ਸਾਹਿਬ। ਮੇਰਾ ਪਹਿਲਾ ਸਵਾਲ ਲਾਂਬਾ ਸਾਹਿਬ ਤੁਹਾਡੇ ਤੋਂ ਇਹੀ ਹੋਏਗਾ ਕਿ ਸਿੱਖ ਗੁਰਦੁਆਰਾ ਸੁਧਾਰ ਲਹਿਰ ਦੀ ਮੂਵਮੈਂਟ ਦੀ ओरिजिन ਤੇ ਇਸ ਦਾ ਕਲਾਈਮੈਕਸ ਕੀ ਸੀ, ਯਾਨੀ ਕਿ ਕਦੋਂ ਤੋਂ ਇਹ ਰਿਫਾਰਮ ਮੂਵਮੈਂਟ ਸ਼ੁਰੂ ਹੋਈ, ਕਦੋਂ ਇਸ ਨੂੰ ਖਤਮ ਸਮਝਿਆ ਜਾਵੇ? ਕਿਉਂਕਿ ਮੋਟਾ ਅਸੀਂ 1920 ਤੋਂ ਲੈ ਕੇ 1925 ਜਦੋਂ ਕਿ ਗੁਰਦੁਆਰਾ ਐਕਟ ਬਣਦਾ ਹੈ ਉਦੋਂ ਗੁਰਦੁਆਰਾ ਲਹਿਰ ਮੂਵਮੈਂਟ ਦਾ ਟਾਈਮ ਸਪੈਨ ਮੰਨ ਕੇ ਚੱਲਦੇ ਹਾਂ। ਲੇਕਿਨ ਤੁਸੀਂ ਹੋਰ ਕੋਈ ਚਾਨਣਾ ਪਾ ਸਕਦੇ ਹੋ ਕਿ ਕੀ ਇਸ ਦਾ ਪਿਛੋਕੜ ਤੇ ਇਸ ਤੋਂ ਗਾਹਾਂ ਵੀ ਇਸ ਲਹਿਰ ਦੇ ਜਿਹੜੇ ਸਿੱਟੇ ਜਾਂ ਫਾਲਆਊਟ ਸਨ ਜਾਂ ਇਹਦੇ ਜਿਹੜੇ ਜੈਨੇਸਿਸ ਸਨ ਉਸ ਨੂੰ ਟਰੇਸ ਕੀਤਾ ਜਾ ਸਕਦਾ ਹੈ? ਵਰਲਡ ਪੰਜਾਬੀ ਦੇ ਰਾਹੀਂ ਪੰਜਾਬ ਨਾਲ ਮੁੜ ਜੁੜਨ ਲਈ ਔਰ ਜੋੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਅੱਜ ਤੁਸੀਂ ਗੱਲ ਕੀਤੀ ਹੈ ਗੁਰਦੁਆਰਾ ਸੁਧਾਰ ਲਹਿਰ ਦੀ, ਜਿਹੜਾ ਕਿ ਨਾ ਕੇਵਲ ਸਿੱਖ ਇਤਿਹਾਸ ਦਾ ਬਲਕਿ ਪੰਜਾਬ ਦੇ ਇਤਿਹਾਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਵਰਕਾ ਹੈ। ਇਹ ਬਾਬ ਹੈ, ਇਹ ਅਧਿਆਇ ਹੈ ਜਿਸ ਦੇ ਨਾਲ ਗੁਰਦੁਆਰਿਆਂ ਨੂੰ ਆਜ਼ਾਦ ਤਾਂ ਕਰਵਾਇਆ ਗਿਆ, ਪਰ ਗੁਰਦੁਆਰਿਆਂ ਦੀ ਆਜ਼ਾਦੀ ਦੀ ਇਹ ਲੜਾਈ ਜਿਹੜੀ ਸੀ ਇਹ ਪਰਿਆਇਵਾਚੀ ਬਣ ਗਈ ਦੇਸ਼ ਦੀ ਆਜ਼ਾਦੀ ਦੀ ਲੜਾਈ ਨਾਲ, ਕਿਉਂਕਿ ਸਰਕਾਰ ਨੇ ਇਸ ਨੂੰ ਕੇਵਲ ਗੁਰਦੁਆਰਿਆਂ ਤੱਕ ਹੀ ਸੀਮਤ ਨਹੀਂ ਰੱਖਿਆ,
ਉਹਨਾਂ ਦਾ ਕਹਿਣਾ ਸੀ ਕਿ ਇਹ ਅਸਲ ਵਿੱਚ ਇਹ ਰਾਜਨੀਤਿਕ ਲੜਾਈ ਲੜ ਰਹੇ ਹਨ ਔਰ ਰਾਜਨੀਤਿਕ ਲੜਾਈ ਲੜਦਿਆਂ ਹੋਇਆਂ ਜਿਹੜੀ ਗੁਰਦੁਆਰਿਆਂ ਦੀ ਆਜ਼ਾਦੀ ਔਰ ਦੇਸ਼ ਦੀ ਆਜ਼ਾਦੀ ਇੱਕਮਿਕ ਹੋ ਗਈ। ਜੇਕਰ ਇਸ ਨੂੰ ਬਹੁਤ ਹੀ ਸੰਖੇਪ ਦੇ ਵਿੱਚ ਦੇਖਿਆ ਜਾਏ, ਇਹ ਜਿਹੜੀ ਲਹਿਰ ਹੈ ਇਹ ਤਕਰੀਬਨ 1919 ਜਦੋਂ ਜਲਿਆਂਵਾਲੇ ਬਾਗ ਦਾ ਸਾਕਾ ਹੁੰਦਾ ਹੈ ਉਸ ਤੋਂ ਤੁਰੰਤ ਬਾਅਦ ਇਹ ਸ਼ੁਰੂ ਹੋ ਗਈ ਔਰ ਇਹ 1926 ਤੱਕ ਤਕਰੀਬਨ ਚੱਲੀ ਹੈ। ਮਗਰ ਇਸ ਦੇ ਵਿੱਚ ਇਤਨੀ ਜ਼ਬਰਦਸਤ ਕਾਮਯਾਬੀ ਮਿਲੀ ਜਿਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਸੀ ਕਿ ਇਤਨੇ ਥੋੜੇ ਸਮੇਂ ਦੇ ਵਿੱਚ ਇਹ ਸਾਰੇ ਗੁਰਦੁਆਰੇ ਸਿੱਖ ਕਾਮਯਾਬ ਹੋ ਜਾਣਗੇ ਆਜ਼ਾਦ ਕਰਾਉਣ ਦੇ ਵਿੱਚ। ਸੋ ਜੇਕਰ ਕ੍ਰੋਨੋਲੋਜੀਕਲੀ ਤੁਸੀਂ ਕਹਿੰਦੇ ਹੋ ਤਾਂ ਤਕਰੀਬਨ 1919 ਤੋਂ ਲੈ ਕੇ ਸ਼ੁਰੂ ਹੋ ਕੇ ਤਕਰੀਬਨ 1926 ਤੱਕ ਇਹ ਸਾਰਾ ਸਾਕਾ ਜਿਹੜਾ ਹੈ, ਇਹ ਪੂਰੀ ਲਹਿਰ ਜਿਹੜੀ ਹੈ ਇਹ ਕਾਮਯਾਬ ਹੋ ਜਾਂਦੀ ਹੈ। ਲਾਮਾ ਸਾਹਿਬ, ਇਹਦੇ ਵਿੱਚ ਇਹ ਵੀ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਵੀ ਤੁਸੀਂ ਸ਼ਾਇਦ ਥੋੜਾ ਜ਼ਿਕਰ ਵੀ ਕੀਤਾ ਕਿ ਦੇਸ਼ ਦੀ ਆਜ਼ਾਦੀ ਦੀ ਮੂਵਮੈਂਟ ਦੇ ਨਾਲ ਵੀ ਕੋਇਨਸਾਈਡ ਕੀਤੀ ਗੁਰਦੁਆਰਾ ਸੁਧਾਰ ਲਹਿਰ। ਇਹ ਬਹੁਤ ਅਹਿਮ ਪੜਾਅ ਸੀ। ਮਹਾਤਮਾ ਗਾਂਧੀ ਨੇ ਵੀ ਇਸ ਬਾਰੇ ਬਕਾਇਦਾ ਕੰਪਲੀਮੈਂਟ ਦਿੱਤੇ ਤੇ ਇਹ ਵੀ ਕਿਹਾ ਵੀ ਇਹ ਦੇਸ਼ ਦੀ ਆਜ਼ਾਦੀ ਦੇ ਪੱਖੋਂ ਵੀ ਇੱਕ ਬਹੁਤ ਅਹਿਮ ਲੜਾਈ ਸੀ, ਪ੍ਰਾਪਤੀਆਂ ਵਾਲੀ ਲੜਾਈ ਸੀ। ਇਹ ਦੇਸ਼ ਦੀ ਆਜ਼ਾਦੀ ਦੇ ਨਾਲ, ਉਸ ਦੀ ਜੰਗ ਦੇ ਨਾਲ, ਇਤਿਹਾਸ ਦੇ ਨਾਲ ਕਿਵੇਂ ਮਿਲਦੀ ਸੀ? ਸਿਵਲ ਡਿਸਓਬੀਡੀਐਂਸ ਮੂਵਮੈਂਟ ਦੀ ਇੱਕ ਰਿਫਲੈਕਸ਼ਨ ਇਹਦੇ ਵਿੱਚ ਨਜ਼ਰ ਆਉਂਦੀ ਸੀ। ਚਾਹੇ ਉਹ ਗੁਰਦੁਆਰਿਆਂ ਦੀ ਆਜ਼ਾਦੀ ਦਾ ਮਾਮਲਾ ਸੀ ਜਾਂ ਫਿਰ ਦੇਸ਼ ਦੀ ਆਜ਼ਾਦੀ ਦਾ ਮਾਮਲਾ ਸੀ, ਦੋਨਾਂ ਦੇ ਪਿੱਛੇ ਜਿਹੜਾ ਸੂਤਰਧਾਰ ਸੀ ਉਹ ਇੱਕੋ ਸੀ, ਉਹ ਫਰੰਗੀ ਸਰਕਾਰ ਸੀ। ਫਰੰਗੀ ਸਰਕਾਰ ਦੀਆਂ ਉਹਨਾਂ ਨੀਤੀਆਂ ਦੇ ਕਰਕੇ ਸਿੱਖਾਂ ਨੂੰ ਗੁਰਦੁਆਰੇ ਆਜ਼ਾਦ ਕਰਾਉਣ ਲਈ ਮੈਦਾਨ ਵਿੱਚ ਆਉਣਾ ਪਿਆ। ਪਰ ਜਦੋਂ ਉਹ ਇਸ ਦੇ ਵਿੱਚ ਆਏ ਤਾਂ ਸਰਕਾਰ ਨੇ ਪੂਰੀ ਤਰੀਕੇ ਦੇ ਨਾਲ, ਪੂਰੀ ਸ਼ਿੱਦਤ ਦੇ ਨਾਲ, ਪੂਰੇ ਜ਼ੁਲਮ ਤੇ ਤਸ਼ੱਦਦ ਦੇ ਨਾਲ ਇਸ ਆਜ਼ਾਦੀ ਦੀ ਲਹਿਰ ਨੂੰ, ਗੁਰਦੁਆਰਾ ਸੁਧਾਰ ਲਹਿਰ ਨੂੰ ਕੁਚਲਣ ਦੇ ਲਈ ਉਹਨਾਂ ਨੇ ਹਰ ਹੱਥਕੰਡਾ, ਹਰ ਹੀਲਾ, ਹਰ ਹੇਰਾਫੇਰੀ ਉਹ ਉਹਨਾਂ ਨੇ ਵਰਤੀ। ਔਰ ਇਸ ਦੇ ਵਿੱਚ ਇੱਕ ਜਿਹੜੀ ਬੜੀ ਵੱਡੀ ਪ੍ਰਾਪਤੀ ਹੋਈ ਉਹ ਇਹ ਸੀ ਕਿ ਇਹਦੇ ਵਿੱਚ ਦੂਸਰੀਆਂ ਧਿਰਾਂ ਵੀ, ਚਾਹੇ ਉਹ ਮੁਸਲਿਮ ਲੀਡਰਸ਼ਿਪ ਸੀ, ਚਾਹੇ ਹਿੰਦੂ ਲੀਡਰਸ਼ਿਪ ਸੀ, ਚਾਹੇ ਮੁਸਲਿਮ ਲੀਗ ਦੀ ਸੀ ਜਾਂ ਕਾਂਗਰਸ ਦੀ ਸੀ, ਉਹਨਾਂ ਸਾਰਿਆਂ ਨੇ ਹਮਦਰਦੀ ਵੀ ਜਤਾਈ ਔਰ ਇਹਦੇ ਵਿੱਚ ਸਹਿਯੋਗ ਵੀ ਦਿੱਤਾ। ਇਸੇ ਕਰਕੇ ਜਦੋਂ ਗੁਰੂ ਕੇ ਬਾਗ ਦਾ, ਜਦੋਂ ਇਹਦਾ ਜੈਤੋ ਦਾ ਮੋਰਚਾ ਲੱਗਦਾ ਹੈ, ਉਸ ਮੋਰਚੇ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਖੁਦ ਸ਼ਾਮਲ ਹੁੰਦੇ ਆ ਔਰ ਉਹਨਾਂ ਨੂੰ ਸਿਪਾਹੀ ਉਹਨਾਂ ਨੂੰ ਫੜ ਕੇ ਹੱਥਕੜੀਆਂ ਲਗਾ ਕੇ ਬਾਜ਼ਾਰਾਂ ਦੇ ਵਿੱਚੋਂ ਘੁਮਾ ਕੇ ਲੈ ਕੇ ਜਾਂਦਾ ਹੈ, ਉਹ ਜੇਲ੍ਹ ਦੇ ਵਿੱਚ ਲੈ ਕੇ ਜਾਂਦਾ ਹੈ। ਔਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਿਖਿਆ ਕਿ ਮੇਰੇ ਲਈ ਇਹ ਬੜੀ ਫਖਰ ਦੀ ਗੱਲ ਹੈ, ਮਾਣ ਦੀ ਗੱਲ ਹੈ ਕਿ ਸਿੱਖਾਂ ਦੀ ਇਸ ਬਹਾਦਰੀ ਔਰ ਇਸ ਸ਼ਾਨ ਜਿਹੜਾ ਇਤਿਹਾਸ ਹੈ, ਇਹਦਾ ਮੈਂ ਇੱਕ ਹਿੱਸਾ ਬਣ ਸਕਿਆ ਹਾਂ। ਇਹ ਮੇਰੇ ਜੀਵਨ ਦਾ ਬਹੁਤ ਵੱਡਾ ਅੰਗ ਹੋਏਗਾ। ਔਰ ਇਸ ਦੇ ਬਾਅਦ ਹੀ ਪੰਡਿਤ ਜਵਾਹਰ ਲਾਲ ਨਹਿਰੂ ਨੇ 1929 ਜਿਹੜਾ ਲਾਹੌਰ ਸੈਸ਼ਨ ਹੋਇਆ ਸੀ ਰਾਵੀ ਦੇ ਕੰਢੇ, ਉਹਦੇ ਵਿੱਚ ਫਿਰ ਉਹਨਾਂ ਨੇ ਐਲਾਨ ਕੀਤਾ ਸੀ, ਕਿਉਂਕਿ ਉਹ ਦੇਖ ਚੁੱਕੇ ਸਨ ਇਹਨਾਂ ਦੀ ਕੁਰਬਾਨੀ, ਇਹਨਾਂ ਦੀ ਜਦੋਜਹਿਦ ਦਾ ਤਰੀਕਾ, ਇਹਨਾਂ ਦਾ ਸਾਰਾ ਢੰਗ, ਇਹਨਾਂ ਦਾ ਸ਼ਾਂਤਮਈ। ਉੱਥੇ ਉਹਨਾਂ ਨੇ ਫਿਰ ਕਿਹਾ ਸੀ ਕਿ ਮੈਂ ਮਹਿਸੂਸ ਕਰ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਆਜ਼ਾਦ ਭਾਰਤ ਦੇ ਵਿੱਚ ਇੱਕ ਐਸੇ ਖਿੱਤੇ ਦੀ ਜਿਹੜੀ ਬਣਾਉਣਾ ਜਿਹਦੇ ਵਿੱਚ ਸਿੱਖ ਵੀ ਆਜ਼ਾਦੀ ਦਾ ਰਾਹ ਮਾਣ ਸਕਣ, ਉਹਦੀ ਉਹ ਸਵੇਰ ਮਾਣ ਸਕਣ। ਸੋ ਇਹ ਜਿਹੜੀਆਂ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਸੀ, ਕਿਉਂਕਿ ਸਰਕਾਰ ਪੂਰੀ ਤਰ੍ਹਾਂ ਉਹਨਾਂ ਮਹੰਤਾਂ ਦੀ ਪਿੱਠ ਦੇ ਉੱਤੇ ਆ ਗਈ ਔਰ ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਦੇ ਨਾਲ ਆਇਡੈਂਟੀਫਾਈ ਕਰ ਲਿਆ। ਸੋ ਇਹ ਲੜਾਈ ਕੇਵਲ ਗੁਰਦੁਆਰਿਆਂ ਤੱਕ ਮਹਿਦੂਦ ਨਾ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਹੋ ਗਈ, ਕਿਉਂਕਿ ਫਿਰ ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਇਸ ਦੇ ਬਾਅਦ ਕਿਰਪਾਨ ਤੇ ਪਾਬੰਦੀ ਲਗਾਤੀ, ਕਦੀ ਕਾਲੀ ਦਸਤਾਰ ਦੇ ਉੱਤੇ ਪਾਬੰਦੀ ਲਗਾ ਦਿੱਤੀ, ਕਦੀ ਉਸ ਦਾ। ਪਰ ਅਸਰ ਇਹ ਹੋਇਆ ਕਿ ਫੌਜ ਦੇ ਵਿੱਚੋਂ ਜਿਹੜੀ ਇਹ ਲਹਿਰ ਕਾਮਯਾਬ ਹੋਣ ਦਾ ਇੱਕ ਕਾਰਨ ਇਹ ਵੀ ਹੋਇਆ ਕਿ ਫੌਜ ਦੇ ਵਿੱਚੋਂ ਵੀ ਕਈਆਂ ਨੇ ਇਹ ਕਿਹਾ, ਕਈ ਫੌਜੀ ਜਿਹੜੇ ਸੀਗੇ ਪੰਜਾਬ ਦੇ ਵਿੱਚ ਰਿਟਾਇਰਡ ਹੋਏ, ਉਹਨਾਂ ਨੇ ਵੀ ਕਿਹਾ ਅਸੀਂ ਵੀ ਇਸ ਮੋਰਚੇ ਦੇ ਵਿੱਚ ਜਾ ਰਹੇ ਹਾਂ।
ਫਿਰ ਅੰਗਰੇਜ਼ਾਂ ਨੂੰ ਕੁਝ ਸੋਚਣਾ ਪਿਆ ਔਰ ਉਹਨਾਂ ਨੇ ਇਸ ਜਿਹੜੀ ਸੀਗੀ ਗੁਰਦੁਆਰਾ ਐਕਟ ਨੂੰ ਬਣਾਉਣ ਦੀ ਜਿਹੜੀ ਸੀ ਕੋਸ਼ਿਸ਼ ਕੀਤੀ, ਜਿਹੜੀ ਮਨਜ਼ੂਰੀ ਦਿੱਤੀ। ਪਰ ਇਸ ਦੌਰਾਨ ਉਹਨਾਂ ਦੀ ਕੋਸ਼ਿਸ਼ ਇਹ ਜ਼ਰੂਰ ਰਹੀ ਕਿ ਕਿਸੇ ਤਰੀਕੇ ਦੇ ਨਾਲ ਐਸੇ ਧੜੇ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਸੌਂਪਿਆ ਜਾਏ, ਅਕਾਲੀਆਂ ਨੂੰ ਇਹਦੇ ਨੇੜੇ ਨਾ ਲੱਗਣ ਦਿੱਤਾ ਜਾਏ। ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਵੀ ਜਦੋਂ ਸਿੰਘ ਸਭਾ ਮੂਵਮੈਂਟ ਆਈ, ਜਦੋਂ ਸਿੰਘ ਸਭਾ ਲਹਿਰ ਆਈ, ਉਹਨਾਂ ਨੇ ਇੱਕ ਐਲਾਨੀਆ ਤੌਰ ਦੇ ਉੱਤੇ ਆਪਣਾ ਐਲਾਨਨਾਮਾ ਦਿੱਤਾ, ਸਾਡਾ ਕੰਮ ਖੈਰ ਖਾਈ ਕੌਮ ਫਰਮਾ ਬਰਦਾਰੀ ਸਰਕਾਰੀ ਹੋਏਗਾ। ਤੇ ਥੋੜਾ ਜਿਹਾ ਵੀ ਸਮਝਣਾ ਚਾਹਾਂਗਾ ਵੀ ਜਿਹੜੇ ਹਾਲਾਤ ਸਨ ਉਹਨਾਂ ਤੇ ਵੀ ਥੋੜਾ ਚਾਨਣਾ ਪਾਓ ਵੀ ਗੁਰਦੁਆਰਿਆਂ ਦੇ ਹਾਲਾਤ ਕੀ ਸਨ, ਕਿਵੇਂ ਇਹ ਇੱਕ ਧਾਰਮਿਕ ਗੁਰਦੁਆਰਾ ਪ੍ਰਬੰਧ ਲਈ ਕੀਤੀ ਗਈ ਵਿੱਢੀ ਗਈ ਸੰਘਰਸ਼ ਤੇ ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਆਪਸ ਦੇ ਵਿੱਚ ਮੇਲ ਖਾਂਦਾ ਸੀ। ਸਿੱਖ ਰਾਜ ਜਾਣ ਦੇ ਬਾਅਦ ਜਿਹੜੇ ਮਹੰਤ, ਜਿਹੜੇ ਕੇਅਰ ਟੇਕਰ ਜਾਂ ਮਸੰਦ ਜਾਂ ਮਹੰਤ ਜਿਹੜੇ ਗੁਰਦੁਆਰਿਆਂ ਦੀ ਦੇਖਭਾਲ ਲਈ ਸਨ, ਉਹ ਮਾਲਕ ਬਣ ਬੈਠੇ। ਹਾਲਾਂ ਉਹ ਇੱਕ ਕਿਸਮ ਦੀ ਮੈਨੇਜ ਕਰਨ ਲਈ ਸੀ, ਉਹਨਾਂ ਦਾ ਕੰਮ ਸੀ ਗੁਰਦੁਆਰਿਆਂ ਦੀ ਦੇਖਭਾਲ ਕਰਨੀ। ਪਰ ਗੁਰਦੁਆਰਿਆਂ ਦੀ ਆਮਦਨ, ਗੁਰਦੁਆਰਿਆਂ ਦੇ ਜਾਇਦਾਦਾਂ ਔਰ ਉੱਥੇ ਚੜਾਵਾ ਇਤਨਾ ਜ਼ਿਆਦਾ ਸੀ ਕਿ ਉਸ ਦੇ ਨਾਲ ਉਹ ਪੂਰੀ ਤਰ੍ਹਾਂ ਨਾ ਕੇਵਲ ਫਾਈਨੈਂਸ਼ੀਅਲ ਤੌਰ ਦੇ ਉੱਤੇ ਜਿਹਨੂੰ ਕਿਹਾ ਜਾਏ ਉਹਦੇ ਵਿੱਚ ਉਹ ਕਰਪਟ ਹੋ ਗਏ, ਬਲਕਿ ਉਹਨਾਂ ਨੇ ਆਚਰਣਹੀਣਤਾ ਦੀਆਂ ਵੀ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜਦੋਂ ਮਾਇਕ ਇਰੈਗੂਲਰਿਟੀਜ਼ ਹੋਈਆਂ, ਆਚਰਣਹੀਣਤਾ ਹੋਈ, ਫਿਰ ਉਹਨਾਂ ਨੇ ਬਦਮਾਸ਼ੀ ਔਰ ਗੁੰਡਾਇਜ਼ਮ ਵੀ ਕਰਨਾ ਸ਼ੁਰੂ ਕਰ ਦਿੱਤਾ। ਥਾਂ ਥਾਂ ਦੇ ਉੱਤੇ ਉਹਨਾਂ ਦੀ ਕੋਸ਼ਿਸ਼ ਸੀ ਕਿ ਸਿੱਖ ਹੁਣ ਗੁਰਦੁਆਰਿਆਂ ਦੇ ਵਿੱਚ ਆਣੇ ਬੰਦ ਹੋ ਜਾਣ। ਇਹ ਉਹਨਾਂ ਦੀ ਕੋਸ਼ਿਸ਼ ਸੀ ਔਰ ਇਹ ਕੇਵਲ ਇੱਕ ਥਾਂ ਨਹੀਂ ਹੋਇਆ, ਬਲਕਿ ਪੰਜਾਬ ਦੇ ਸਾਰੇ ਗੁਰਦੁਆਰਿਆਂ 'ਚ ਜਿਹੜੇ ਇਤਿਹਾਸਕ ਗੁਰਦੁਆਰੇ ਸੀ, ਭਾਵੇਂ ਉਹ ਤਰਨਤਾਰਨ ਸਾਹਿਬ ਸੀ, ਨਨਕਾਣਾ ਸਾਹਿਬ ਸੀ, ਪੰਜਾ ਸਾਹਿਬ ਸੀ, ਹੋਰ ਤਾਂ ਹੋਰ ਗੁਰੂ ਕਾ ਬਾਗ ਸੀ, ਸਾਰੀ ਜਗ੍ਹਾ ਦੇ ਉੱਤੇ ਇੱਕੋ ਜਿਹਾ ਵਰਤਾਰਾ ਹੋਣ ਲੱਗ ਪਿਆ। ਇਸ ਨੂੰ ਦੂਰ ਕਰਨ ਲਈ ਫਿਰ ਇੱਕ ਬੜੀ ਜ਼ਬਰਦਸਤ ਲਹਿਰ ਉੱਠੀ। ਜਦੋਂ ਬਰਦਾਸ਼ਤ ਦੀ ਸੀਮਾ ਬਾਹਰ ਹੋ ਗਈ, ਫਿਰ ਉਸ ਦੇ ਬਾਅਦ ਇਹ ਵਰਤਾਰਾ ਸ਼ੁਰੂ ਹੋਇਆ। ਲਾਂਬਾ ਸਾਹਿਬ, ਇਹ ਜ਼ਰੂਰ ਸਮਝਣਾ ਚਾਹਾਂਗੇ ਵੀ 1925 ਦੇ ਵੀ ਜਦੋਂ ਗੁਰਦੁਆਰਾ ਐਕਟ ਬਣ ਜਾਂਦਾ ਹੈ, ਉਸ ਨੂੰ ਲੀਕ ਲਿਆ ਜਾਂਦਾ ਹੈ ਤੇ ਸਿੱਖ ਲੀਡਰਸ਼ਿਪ, ਅਕਾਲੀ ਲੀਡਰਸ਼ਿਪ ਦੀ ਸਹਿਮਤੀ ਦੇ ਨਾਲ ਹੀ ਐਕਟ ਬਣਦਾ ਹੈ। ਉਸ ਵਕਤ ਇੱਕ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ। ਉਸ ਤੋਂ ਪਹਿਲਾਂ ਕਿਉਂਕਿ ਲੀਡਰਸ਼ਿਪ ਨੂੰ, ਬਹੁਤ ਸੇ ਅਕਾਲੀ ਲੀਡਰਾਂ ਨੂੰ ਜੇਲ੍ਹਾਂ ਦੇ ਵਿੱਚ ਪਾਤਾ ਗਿਆ ਹੁੰਦਾ ਹੈ ਇੱਕ ਲੰਬੇ ਚੌੜੇ ਸੰਘਰਸ਼ ਤੋਂ ਬਾਅਦ। ਕੀ ਕਾਰਨ ਹੁੰਦੇ ਨੇ, ਉਹ ਟਕਰਾਅ ਕਿਉਂ ਪੈਦਾ ਹੁੰਦਾ ਹੈ, ਅੰਗਰੇਜ਼ ਕੀ ਚਾਹ ਰਹੇ ਹੁੰਦੇ ਨੇ, ਅੰਗਰੇਜ਼ਾਂ ਨੂੰ ਕੀ ਐਸ਼ੋਰੈਂਸ ਚਾਹੀਦੀ ਹੈ, ਤੇ ਉਸ ਤੋਂ ਬਾਅਦ ਕੀ ਕਾਰਨ ਹੁੰਦਾ ਵੀ ਅਕਾਲੀ ਦਲ ਤੇ ਸਿੱਖ ਲੀਡਰਸ਼ਿਪ ਦੇ ਵਿੱਚ ਵੀ ਦੋ ਅਲੱਗ-ਅਲੱਗ ਧੜੇ ਬਣ ਜਾਂਦੇ ਨੇ। ਫਿਰ ਬੇਸ਼ੱਕ ਇਹ ਧੜੇ ਜ਼ਿਆਦਾ ਨੁਕਸਾਨ ਸ਼ਾਇਦ ਨਹੀਂ ਕਰ ਪਾਏ, ਲੇਕਿਨ ਇਸ ਧੜੇਬਾਜ਼ੀ ਦੇ ਪੈਦਾ ਹੋਣ ਦੇ ਕੀ ਕਹਾਣੀ ਹੈ, ਕੀ ਕਿੱਸਾ ਹੈ? ਗੁਰਦੁਆਰਾ ਸੁਧਾਰ ਲਹਿਰ ਕਾਮਯਾਬ ਤਾਂ ਹੋਈ, ਪਰ ਇਸ ਦੇ ਵਿੱਚ ਸਰਕਾਰ ਇੱਕ ਚੀਜ਼ ਵਿੱਚ ਕਾਮਯਾਬ ਹੋ ਗਈ, ਸਿੱਖਾਂ ਦੇ ਦੋ ਧੜੇ ਬਣਾਉਣ ਦੇ ਵਿੱਚ ਉਹ ਕਾਮਯਾਬ ਹੋ ਗਈ। ਇੱਕ ਧੜਾ ਜਿਹੜਾ ਸੀ ਉਹ ਸਰਦਾਰ ਬਹਾਦਰ ਪਾਰਟੀ ਦਾ, ਜਿਹੜੇ ਚੀਫ ਸਨ, ਜਿਹੜੇ ਅਮੀਰ ਸਨ, ਉਹ ਚੀਫ ਖਾਲਸਾ ਦੀਵਾਨ ਨਾਲ ਜੁੜੇ ਸਨ। ਉਹ ਹੋ ਗਏ ਕਿ ਅਸੀਂ ਹਮਦਰਦੀ ਦਾ ਮਤਾ ਪਾਸ ਕਰ ਸਕਦੇ ਹਾਂ, ਅਸੀਂ ਇਹਦੇ ਲਈ ਰੈਜ਼ੋਲੂਸ਼ਨ ਕਰ ਸਕਦੇ ਹਾਂ, ਅਸੀਂ ਦਰਖਾਸਤਾਂ ਦੇ ਸਕਦੇ ਹਾਂ, ਅਸੀਂ ਸਰਕਾਰ ਨੂੰ ਮਿਲ ਸਕਦੇ ਹਾਂ, ਪਰ ਅਸੀਂ ਕਿਸੇ ਕਿਸਮ ਦੀ ਕਿਸੇ ਐਜੀਟੇਸ਼ਨ ਦੇ ਵਿੱਚ, ਜਦੋਜਹਿਦ ਦੇ ਵਿੱਚ ਅਸੀਂ ਹਿੱਸਾ ਨਹੀਂ ਲਵਾਂਗੇ। ਇਹ ਜਿਹੜਾ ਕੁੱਟਖਾਣ ਦਾ ਮਹਿਕਮਾ ਸੀ, ਇਹ ਅਕਾਲੀਆਂ ਦੇ ਕੋਲ ਸੀ ਔਰ ਆਮ ਲੋਕਾਂ ਦੇ ਕੋਲ ਸੀ, ਕਿਰਤੀ ਲੋਕਾਂ ਦੇ ਕੋਲ ਸੀ, ਜਿਹੜੇ ਕਿ ਆਮ ਕਿਰਤੀ ਬੰਦੇ ਸੀ, ਉਹਨਾਂ ਦੇ ਕੋਲ ਸੀ। ਸੋ ਇਹ ਦੋ ਹਿੱਸਿਆਂ 'ਚ ਵੰਡੀ ਗਈ। ਪਰ ਫਿਰ ਵੀ ਇਹਨਾਂ ਦੋਨਾਂ ਦੇ ਸਹਿਯੋਗ ਦੇ ਨਾਲ ਜਦੋਂ ਫਿਰ ਲੋੜ ਪੈਂਦੀ ਸੀ ਤਾਂ ਉਸ ਵੇਲੇ ਫਿਰ ਉਹ ਜਿਹੜਾ ਦੂਜਾ ਧੜਾ ਸੀ, ਸਰਕਾਰ ਉਸ ਨੂੰ ਵਰਤਦੀ ਸੀ। ਖਾਸ ਕਰਕੇ ਜਦੋਂ ਫਿਰ ਨਨਕਾਣਾ ਸਾਹਿਬ ਦਾ ਐਡਾ ਵੱਡਾ ਸਾਕਾ ਹੋਇਆ, ਇਤਨਾ ਕੁਝ ਹੋ ਗਿਆ, ਉਹਦੇ ਵਿੱਚ ਭਾਈ ਜੋਧ ਸਿੰਘ ਜੀ ਨੇ ਜੋ ਉਸ ਵੇਲੇ ਅਰਦਾਸ ਕੀਤੀ ਸੰਸਕਾਰ ਦੇ ਉੱਤੇ, ਉਹਨਾਂ ਨੇ ਮਹੰਤ ਬਾਰੇ ਕਿਹਾ ਕਿ ਇਸ ਦੇ ਕੀਤੇ ਦਾ ਫਲ ਇਸ ਨੂੰ ਮਿਲੇਗਾ ਜਾਂ ਇਸ ਨੂੰ ਵਾਹਿਗੁਰੂ ਦਵੇ, ਪਰ ਸਰਕਾਰ ਦੇ ਬਾਰੇ ਇੱਕ ਲਫ਼ਜ਼ ਵੀ ਨਹੀਂ ਬੋਲਿਆ ਗਿਆ। ਇਹ ਸਰਕਾਰ ਦੇ ਬਾਰੇ ਬੋਲਣ ਦਾ ਜਾਂ ਉਹਦੇ ਨਾਲ ਕਰਨ ਦਾ ਇਹ ਇਹਨਾਂ ਦੇ ਹਿੱਸੇ ਹੀ ਆਇਆ।
ਪਰ ਇਸ ਤੋਂ ਕੌਮੀ ਲੀਡਰਸ਼ਿਪ, ਕਾਂਗਰਸ ਦੀ ਲੀਡਰਸ਼ਿਪ, ਮੁਸਲਿਮ ਲੀਗ ਦੀ ਲੀਡਰਸ਼ਿਪ ਔਰ ਜਿਹੜੇ ਕੌਮੀ ਆਗੂ ਸਨ, ਉਹ ਇਤਨੇ ਜ਼ਿਆਦਾ ਪ੍ਰਭਾਵਿਤ ਹੋਏ ਇਸ ਲਹਿਰ ਤੋਂ ਕਿ ਉਹ ਆਸ਼ਸ਼ ਕਰ ਉੱਠੇ ਔਰ ਉਹਨਾਂ ਨੇ ਲੋਹਾ ਮੰਨ ਲਿਆ ਕਿ ਜਦੋਂ ਵੀ ਲੋੜ ਪਏਗੀ ਇਹ ਸਿੱਖ ਜਿਹੜੇ ਹੈ ਇਹ ਸ਼ਾਂਤਮਈ ਵੀ ਰਹਿ ਸਕਦੇ ਹੈ ਔਰ ਦੂਜੇ ਢੰਗ ਨਾਲ ਵੀ ਇਹ ਕੁਰਬਾਨੀਆਂ ਵੀ ਦੇ ਸਕਦੇ ਹੈ। ਇਹ ਅਸਲ ਵਿੱਚ ਜਿਵੇਂ ਗਿਆਨੀ ਹੀਰਾ ਸਿੰਘ ਦਰਦ ਨੇ ਇੱਕ ਗੱਲ ਕਹੀ ਸੀ ਕਿ ਇਹ ਧਰਮ ਤੇ ਰਾਜਨੀਤੀ ਜਿਹੜੀ ਕਹਿੰਦੇ ਆ ਵੱਖ ਜਾਂ ਇਕੱਠੀ, ਇਹ ਉਹਨਾਂ ਨੇ ਸਾਬਤ ਕੀਤਾ। ਗਿਆਨੀ ਹੀਰਾ ਸਿੰਘ ਦਰਦ ਦਾ ਕਹਿਣਾ ਸੀ ਕਿ ਧਰਮ ਕੀ ਹੈ ਤੇ ਰਾਜਨੀਤੀ ਕੀ ਹੈ। ਉਹਨਾਂ ਨੇ ਬਹੁਤ ਸੋਹਣਾ ਇਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਗੱਲ ਸਰਕਾਰ ਨੂੰ ਚੰਗੀ ਨਾ ਲੱਗੇ, ਉਹ ਭਾਵੇਂ ਤੁਹਾਡੀ ਦਸਤਾਰ ਹੋਏ, ਤੁਹਾਡੀ ਸਵਾਰੀ ਹੋਏ, ਕਿਸੇ ਦੂਜੇ ਦੇ ਧਰਮ ਦੀ ਰਾਖੀ ਕਰਨਾ ਹੋਏ, ਤੁਹਾਡੀ ਪੂਜਾ ਪਾਠ ਦੀ ਵਿਧੀ ਹੋਏ, ਕੋਈ ਚੀਜ਼ ਹੋਏ ਜਿਹੜੀ ਸਰਕਾਰ ਨੂੰ ਚੰਗੀ ਨਹੀਂ ਲੱਗਦੀ, ਉਹ ਸਰਕਾਰ ਦੀਆਂ ਨਜ਼ਰਾਂ ਵਿੱਚ ਰਾਜਨੀਤੀ ਹੈ ਔਰ ਤੁਸੀਂ ਉਸ ਦੇ ਲਈ ਕੁਰਬਾਨੀ ਦੇਣ ਲਈ ਤਿਆਰ ਹੋ ਜਾਓ, ਉਹ ਤੁਹਾਡਾ ਧਰਮ ਹੈ। ਹੁਣ ਇਹ ਲਹਿਰ ਧਾਰਮਿਕ ਸੀ ਕਿ ਰਾਜਨੀਤੀ ਸੀ, ਇਸ ਨੂੰ ਦੇਖਣ ਵਾਲੇ ਨੇ ਕਿਹੜਾ ਚਸ਼ਮਾ ਪਾਇਆ ਉਸ ਦੇ ਉੱਤੇ ਨਿਰਭਰ ਕਰੇਗਾ। ਪਰ ਧਰਮ ਤੇ ਰਾਜਨੀਤੀ ਜਿਹੜੀ ਹੈ ਇਹ ਵੱਖ ਨਹੀਂ ਹੈ। ਗੁਰਦੁਆਰਿਆਂ ਦੀ ਆਜ਼ਾਦੀ, ਦੂਸਰਿਆਂ ਦੀ ਆਜ਼ਾਦੀ ਦੀ ਰਾਖੀ ਕਰਨਾ, ਦੂਸਰਿਆਂ ਦੇ ਧਰਮ ਦੀ ਲਈ ਜਾਨ ਕੁਰਬਾਨ ਕਰ ਦੇਣਾ, ਇਹ ਜਿਹੜਾ ਨਿਯਮ ਸੀ, ਇਹ ਜਿਹੜਾ ਅਸੂਲ ਸੀ ਜਿਸ ਨੂੰ ਗੁਰੂ ਤੇਗ ਬਹਾਦਰ ਜੀ ਨੇ ਦਿੱਤਾ, ਉਸ ਨੂੰ ਪ੍ਰੈਕਟੀਕਲੀ ਅਮਲੀ ਰੂਪ ਵਿੱਚ ਇਸ ਗੁਰਦੁਆਰਾ ਸੁਧਾਰ ਲਹਿਰ ਨੇ ਜ਼ਰੂਰ ਅਮਲ ਵਿੱਚ ਲਿਆਂਦਾ। ਪਰ ਇਸ ਸਾਰੀ ਲਹਿਰ ਦੇ ਬਾਅਦ ਬਹੁਤ ਜ਼ਿਆਦਾ ਲੋੜ ਹੈ ਇਸ ਨੂੰ ਆਤਮ ਨਿਰੀਖਣ ਦੀ ਕਿ ਜਿਹੜੇ ਅਸੀਂ ਵਾਰਿਸ ਹਾਂ, ਜਿਹੜੀ ਕੌਮ ਉਹਨਾਂ ਸ਼ਹੀਦਾਂ ਦੀ ਵਾਰਿਸ ਹੈ, ਉਹਨਾਂ ਦੇ ਦਿੱਤੇ ਹੋਏ ਨਿਸ਼ਾਨੇ, ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਦੀ ਕਿਤਨੀ ਕੁ ਕਦਰ ਕਰ ਰਹੀ ਹੈ, ਇਹ ਸਾਡਾ ਜੀਵਨ ਔਰ ਸਾਡਾ ਅਮਲ ਦੱਸੇਗਾ। ਕੇਵਲ ਜਸ਼ਨ ਮਨਾ ਲੈਣ ਨਾਲ ਜਾਂ ਭਾਸ਼ਣ ਦੇ ਦੇਣ ਨਾਲ ਜਾਂ ਵੱਡੇ ਵੱਡੇ ਫੰਕਸ਼ਨ ਕਰ ਦੇਣ ਦੇ ਨਾਲ ਕਿ ਉਹਨਾਂ ਦੀ ਉਸਤਤ ਕੇ ਸ਼ਹੀਦਾਂ ਦੀ ਜਥੇਬੰਦੀ ਹੈ, ਇਹ ਕਹਿ ਦੇਣ ਦੇ ਨਾਲ ਸ਼ਾਇਦ ਗੱਲ ਨਹੀਂ ਹੋਏਗੀ। ਪਰ ਇਸ ਤੋਂ ਜ਼ਿਆਦਾ ਅਗਰ ਸ਼ਾਇਦ ਇਹ ਗੁਰਦੁਆਰਾ ਸੁਧਾਰ ਲਹਿਰ ਨਾ ਹੁੰਦੀ ਤਾਂ ਕਿਸੇ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਉਸ ਵੇਲੇ ਹਿੱਸਾ ਨਹੀਂ ਸੀ ਲੈਣਾ। ਇੱਕ ਗੱਲ ਅਖੀਰ ਦੇ ਵਿੱਚ ਕਿ ਪੰਜਾਬ ਦੀਆਂ ਜਿਤਨੀਆਂ ਲਹਿਰਾਂ ਹੈ, ਜਿਤਨੀਆਂ ਵੀ ਲਹਿਰਾਂ ਚੱਲੀਆਂ, ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਹੈ ਪੰਜਾਬ ਜੀਂਦਾ ਗੁਰਾਂ ਦੇ ਨਾਂ ਦੇ ਉੱਤੇ ਜਿਹੜੀ ਵੀ ਲਹਿਰ ਹੋਈ ਹੈ, ਜਿਹੜਾ ਵੀ ਮੋਰਚਾ ਲੱਗਾ ਹੈ, ਕੋਈ ਵੀ ਹੋਇਆ, ਉਹਦੇ ਵਿੱਚ ਧਰਮ ਆਧਾਰਿਤ ਹੋਇਆ। ਧਰਮ ਕੇਵਲ ਮਜ਼ਹਬੀ ਤੌਰ ਦੇ ਉੱਤੇ ਉਹ ਨਹੀਂ, ਜਿਹੜੇ ਧਰਮ ਦੀ ਗੱਲ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਗੁਰੂ ਦਾ ਆਸਰਾ ਲੈ ਕੇ, ਗੁਰੂ ਨੂੰ ਨਾਲ ਰੱਖ ਕੇ, ਅੰਗ ਸੰਗ ਰੱਖ ਕੇ ਉਹਨਾਂ ਨੇ ਆਪਣੀਆਂ ਲਹਿਰਾਂ ਚਲਾਈਆਂ ਔਰ ਉਹਦੇ ਵਿੱਚ ਉਹਨਾਂ ਨੂੰ ਹਰ ਜਗ੍ਹਾ ਕਾਮਯਾਬੀ ਮਿਲੀ ਹੈ। ਸੋ ਉਹਨਾਂ ਨੂੰ ਉਸ ਨੂੰ ਕੱਢ ਕੇ, ਉਸ ਹਿੱਸੇ ਨੂੰ ਕੱਢ ਕੇ ਕੋਈ ਲਹਿਰ, ਕੋਈ ਵੀ ਪ੍ਰੋਗਰਾਮ ਜਿਹੜਾ ਉਹ ਕਾਮਯਾਬ ਨਹੀਂ ਹੋ ਸਕਦਾ। ਗੁਰਦੁਆਰਾ ਸੁਧਾਰ ਲਹਿਰ ਦੇ ਉੱਤੇ ਸਾਡੀ ਗੱਲਬਾਤ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਨਾਲ ਹੋਈ ਹੈ। ਇੱਕ ਪੜਾਅ ਦੇ ਉੱਤੇ ਇਹ ਮੂਵਮੈਂਟ ਕਦੋਂ ਤੋਂ ਕਦੋਂ ਤੱਕ ਚੱਲੀ, ਕਿਉਂਕਿ ਅਸੀਂ ਇਸ ਨੂੰ 1920 ਤੋਂ 25 ਤੱਕ ਮੋٹے ਤੌਰ ਤੇ ਬੰਨ੍ਹਦੇ ਹਾਂ, ਜੋ ਕਿ ਕੁਝ ਹੱਦ ਤੱਕ ਗੱਲ ਸਹੀ ਵੀ ਹੈ। ਲੇਕਿਨ ਇਹਦੇ ਜਿਹੜੇ ਸ਼ੁਰੂਆਤ ਦਾ ਦੌਰ ਸੀ 1919 ਦੇ ਵਿੱਚ ਸ਼ੁਰੂ ਹੁੰਦਾ ਹੈ ਤੇ ਲਗਭਗ 1925 ਤੋਂ ਕੁਝ ਮਹੀਨੇ ਬਾਅਦ ਜਾਂ ਕੁਝ ਸਾਲ ਬਾਅਦ ਜਾ ਕੇ 1926 ਦੇ ਵਿੱਚ ਇਹ ਮੂਵਮੈਂਟ ਆਪਣਾ ਪੂਰਾ ਮਨੋਰਥ ਜਿਹੜਾ ਹੈਗਾ ਉਸ ਨੂੰ ਹਾਸਲ ਕਰ ਚੁੱਕੀ ਹੁੰਦੀ ਹੈ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਉਹਨਾਂ ਕੁਝ ਅਹਿਮ ਮੋਰਚਿਆਂ ਦੇ ਉੱਤੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹਨਾਂ ਕੁਝ ਅਹਿਮ ਸਾਕਿਆਂ ਦੀ ਗੱਲ ਕਰਨੀ ਜ਼ਰੂਰੀ ਹੈ। ਤਾਂ ਅਸੀਂ ਗੱਲ ਕਰਾਂਗੇ ਗੁਰੂ ਕੇ ਬਾਗ ਦੇ ਮੋਰਚੇ ਬਾਰੇ, ਜੋ ਕਿ ਇੱਕ ਬਹੁਤ ਹੀ ਅਹਿਮ ਮੋਰਚਾ ਸੀ। ਗੁਰੂ ਕਾ ਬਾਗ ਦਾ ਉਹ ਮੋਰਚਾ ਜਿਸ ਉੱਤੇ ਸਾਡੀ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਗੱਲ ਹੋਏਗੀ। ਤੁਸੀਂ ਸਾਡੇ ਨਾਲ ਬਣੇ ਰਹੋ ਤੇ ਸਾਡੇ ਅਗਲੇ ਹਿੱਸੇ ਦੀ ਇੰਤਜ਼ਾਰ ਕਰੋ।